प्राइम टाइम शो लैके तुहाडी सेवा च हाज़र हो गया जी। मेरे नाल थोड़ी देर तक जगीर सिंह कालो होरी जुड़ जाएंगे। अज के शो के विच डॉक्टर शारदा रावणा सी तबीयत थोड़ी जी ठीक नासाज होने करके वो शामिल नहीं हो रहे। सो आपां थोड़ी जी गलबात करते हैं और फिर उस तो बाद कालो साहब साडे नाल जुड़ जाएंगे। अज साडे करन वालियां जिहड़ियां गल्लां ने जे ते आपां करिए सब तो पहलां कैनेडा की गल तां इलैक्शन ਐਤਵਾਰ ਨੂੰ अनाउंस हुई और 2 ਦਿਨਾਂ ਵਿੱਚ ही इलैक्शन का जिहड़ा प्रचार है वो अपने सिखर ਨੂੰ छूह है। और ਜਿਹੜੀ ਗੱਲ देखने वाली ये है कि ਜਿਹੜਾ सियासी ਦਾ खेडना चाह रहे ने जस्टिन ट्रूडो होनी ये कई बार सियासी गलतियां भी हो जांदियां ने। हुण ये पता लगेगा कि वो ਇਹਦੇ ਵਿੱਚ ਕਿੰਨਾ ਕੁ ਆਪਣੇ ਮਿਸ਼ਨ 'ਚ ਕਾਮਯਾਬ ਹੁੰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਕੋਵਿਡ-19 ਨੂੰ ਲੈ ਕੇ ਉਹਨਾਂ ਨੇ ਲੋਕਾਂ ਦੇ ਮਨ ਜਿੱਤੇ ਨੇ, ਜਿਹੜਾ ਸਰਵ ਵਗੈਰਾ ਲੋਕਾਂ ਨੂੰ ਸਰਵ ਕਰਦੇ ਰਹੇ ਨੇ, ਉਹਦਾ ਕਰਕੇ ਲੋਕ ਜਿਹੜੇ ਨੇ ਉਹਨਾਂ ਤੋਂ ਕਾਫੀ ਖੁਸ਼ ਨੇ। ਔਰ ਇਹ ਸੰਭਵ ਵੀ ਹੈ ਕਿ ਉਹ ਦੁਬਾਰਾ ਜਿਹੜੇ ਆ ਉਹ ਆਪਣੀ ਸਰਕਾਰ ਬਣਾ ਲੈਣ। ਪਰ ਕੀ ਉਹ ਮੈਜੋਰਟੀ ਸਰਕਾਰ ਬਣਾ ਲੈਣਗੇ, ਇਹਦੇ ਉੱਤੇ ਅਜੇ ਸਵਾਲੀਆ ਨਿਸ਼ਾਨ ਖੜਾ। ਕਿਉਂਕਿ ਜਿੱਥੋਂ ਤੱਕ पब्लिक की राय आ वो वंडी हुई है और ईवन दो जिहड़े मेन स्ट्रीम मीडिया है उन्होंने भी ये उत्ते काफ़ी चिंतावां प्रगट कीतियां। जदों उन्होंने अनाउंस करके बाहर ही निकले तो कुछ पत्रकारों ने उन्होंने सवाल पूछे कि की तुहानूं लगदा है कि तुसीं मेजोरिटी सरकार बना लोगे, जिहदा उन्होंने कोई जवाब नहीं दिता। उन्होंने ये भी सवाल पूछा कि जे तुसीं मेजोरिटी सरकार नहीं बना सकते, मिनोरिटी विच रहिंदे हो, तो फिर की तुसीं इस्तीफा दोगे कि तुहाडी सियासी गलती आ। सो ਉਹਦਾ ਟਰੂਡੋ ਸਾਹਿਬ ਨੇ ਕੋਈ ਉੱਤਰ ਨਹੀਂ ਦਿੱਤਾ। ਜਿੱਥੇ ਇੱਕ ਪਾਸੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਜਸਟਿਨ ਟਰੂਡੋ ਹੋਰਾਂ ਨੇ ਕਾਫੀ ਕੰਮ ਕੀਤਾ ਹੈ, ਉਹਨਾਂ ਦੇ ਜਿਹੜੇ ਐਮਪੀ ਨੇ, ਖਾਸ ਕਰਕੇ ਜੇ ਆਪਾਂ ਬਰੈਂਪਟਨ ਦੀ ਗੱਲ ਕਰੀਏ ਤਾਂ ਕੁਝ ਲੋਕ ਖੁਸ਼ ਵੀ ਨੇ ਕਿ ਜਿਹੜੇ ਲਿਬਰਲ ਐਮਪੀ ਨੇ ਉਹਨਾਂ ਨੇ ਠੀਕ ਠਾਕ ਕੰਮ ਕੀਤਾ ਹੈ। ਭਾਵੇਂ ਕਿ ਆਪਾਂ ਜਾਣਦੇ ਹਾਂ ਕਿ ਜਿਹੜੇ ਐਮਪੀ ਆ ਉਹਨਾਂ ਦੇ ਹੱਥ 'ਚ ਕੋਈ ਬਹੁਤ ਸਾਰੀ ਤਾਕਤ ਨਹੀਂ ਹੁੰਦੀ, ਉਹ ਤਾਂ ਸਿਰਫ ਇਹ ਤੁਹਾਡੀ ਗੱਲ ਸੁਣ ਸਕਦੇ ਆ, ਜੇ ਬੜੀ ਹਿੰਮਤ ਕਰਕੇ ਪਹੁੰਚਾ ਦੇਣ ਤੇ ਪਹੁੰਚਾ ਵੀ ਸਕਦੇ ਆ। ਉੱਤੇ ਕਿੰਨਾ ਅਮਲ ਹੁੰਦਾ ਇਹ ਮਤਲਬ ਉਹ ਤਾਕਤ ਨਹੀਂ ਹੁੰਦੀ ਜਿੱਦਾਂ ਦੀ ਐਮਪੀ ਦੀ ਤਾਕਤ ਭਾਰਤ ਵਿੱਚ ਜਾਂ ਅਸੀਂ ਹੋਰ ਥਾਵਾਂ 'ਤੇ ਵੇਖਦੇ ਹਾਂ। ਇਸ ਕਰਕੇ ਆਪਣੀ ਨਾਰਾਜ਼ਗੀ ਜਾਇਜ਼ ਹੁੰਦੀ ਹੈ ਕਿਸੇ ਹੱਦ ਤੱਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਨਾਲ, ਪਰ ਇੰਨੀ ਜ਼ਿਆਦਾ ਜਾਇਜ਼ ਵੀ ਨਹੀਂ ਕਿਉਂਕਿ ਉਹ ਵੀ ਬੇਵਸ ਹੁੰਦੇ ਨੇ। ਕਈ ਵਾਰ ਬਹੁਤ ਸਾਰੀ ਬੇਵਸੀ ਹੁੰਦੀ ਆ ਉਹਨਾਂ ਦੇ ਵਿੱਚ ਵੀ। ਸੋ ਇਸ ਕਰਕੇ ਲੋਕਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਲਿਬਰਲ ਇਸ ਵਾਰ ਫੇਰ ਘੱਟੋ ਘੱਟ ਬਰੈਂਪਟਨ ਵਾਲਾ ਏਰੀਆ, ਮਿਸੀਸਾਗਾ ਏਰੀਆ ਦੇ ਵਿੱਚ ਤੇ ਹਾਵੀ ਰਹਿਣਗੇ। ਪਰ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਆ ਰਹੀਆਂ ਨੇ ਸਾਡੇ ਸਾਹਮਣੇ ਕਿ GTA ਏਰੀਆ ਦੇ ਵਿੱਚ ਸਖਤ ਟੱਕਰ ਜਿਹੜੀ ਆ ਕੰਜ਼ਰਵੇਟਿਵ ਨਾਲ ਉਹਨਾਂ ਦੀ ਹੋ ਸਕਦੀ ਆ, ਜਾਂ NDP ਵੀ ਕਿਤੇ ਨਾ ਕਿਤੇ ਹਾਲਤ ਤੇ NDP ਦੀ ਉੱਥੇ ਆ ਕਿ 22% ਤੇ ਖੜੀ ਆ ਔਰ 33% ਦੇ ਉੱਤੇ ਟਰੂਡੋ ਸਾਹਿਬ ਨੇ ਅੱਜ ਦੀ ਦਿਨ ਤੇ 30% ਦੇ ਉੱਤੇ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਆ। ਸੋ ਲੱਗਦਾ ਇਹ ਆ ਕਿ 19 ਵਾਲੀ ਇਲੈਕਸ਼ਨ ਦੀ ਤਰ੍ਹਾਂ ਦੇ ਹੀ ਹਾਲਾਤ ਨੇ, 2-3 ਪੁਆਇੰਟ ਪਿੱਛੇ ਕੰਜ਼ਰਵੇਟਿਵ ਚੱਲ ਰਹੀ ਆ। ਹਾਲਾਂਕਿ ਆਪਾਂ ਇਹ ਦੇਖ ਰਹੇ ਹਾਂ ਕਿ ਔਰਨੋ ਟੂਲ ਹਰਾਂ ਦੇ ਆਉਣ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਨੇ ਕੋਈ ਅਗਲਾ ਸਟੈਪ ਅੱਗੇ ਨਹੀਂ ਵਧੇ, ਉਹ ਉੱਥੇ ਕਿ ਜਿਹੇ ਖੜੇ ਆ। ਕਿਉਂਕਿ ਜਿਹੜੀ ਉਹਨਾਂ ਦੀ ਪੱਕੀ ਵੋਟ ਹੈ, ਜਿਹੜੀ ਉਹਨਾਂ ਦਾ ਕਾਡਰ ਹੈ, ਜਾਂ ਜਿਹੜੇ ਪੱਕੇ ਤੌਰ 'ਤੇ ਕਹਿੰਦੇ ਨੇ ਆਪਣੇ ਆਪ ਨੂੰ ਅਸੀਂ ਕੰਜ਼ਰਵੇਟਿਵ ਹੈ ਔਰ ਉਹਨਾਂ ਦੀ ਪਾਲਿਸੀ ਨਾਲ ਸਹਿਮਤ ਹੈ, ਉਹ ਵੋਟ 'ਤੇ ਹਮੇਸ਼ਾ ਨਾਲ ਰਹਿੰਦੀ ਹੈ। ਪਰ ਜਿਹੜੀ 5-4% ਵੋਟ ਦੀ ਵੇਰੀਏਸ਼ਨ ਹੈ ਜਿਹੜੀ ਹਮੇਸ਼ਾ ਕਿਸੇ ਵੀ ਪਾਰਟੀ ਨੂੰ ਜਿੱਤ ਜਾਂ ਹਾਰ ਦੇ ਵਿੱਚ ਕਨਵਰਟ ਕਰ ਦਿੰਦੀ ਆ, ਉਹਦਾ ਅਜੇ ਨਿਰਣਾ ਹੋਣਾ ਬਾਕੀ ਆ। ਕਿਉਂਕਿ ਹੁਣ ਤੇ ਅਜੇ ਕੰਪੇਨ ਸ਼ੁਰੂ ਹੋਈ ਆ, ਕਾਫੀ ਦਿਨ ਬਾਕੀ ਨੇ। 20 ਜਿਹੜੀ ਆ ਸਤੰਬਰ ਨੂੰ ਜਿਹੜੇ ਪੋਲ ਹੋਏਗਾ, ਉਸ ਤੋਂ ਪਹਿਲਾਂ ਜਿਹੜੇ ਵੀਕਐਂਡ ਦੇ ਪੋਲ ਹੁੰਦੇ ਆ ਉਹ ਵੀ ਹੋਣਗੇ। ਪਰ ਇਸ ਵਾਰ ਜਿਹੜੀ ਆ ਕਾਫੀ ਦਿਲਚਸਪ ਇਲੈਕਸ਼ਨ ਜਿਹੜੀ ਆ ਉਹ ਰਹੇਗੀ, ਕਿਉਂਕਿ ਲੋਕਾਂ ਨੂੰ ਇੱਕ ਕਿਸਮ ਦਾ ਇਹ ਵੀ ਖਦਸ਼ਾ ਹੈ ਕਿ ਜਿਹੜੀ ਵੀ ਸਰਕਾਰ ਮੈਜੋਰਟੀ 'ਚ ਆ ਗਈ ਤੇ ਫਿਰ ਉਹ ਕਾਫੀ ਤਾਕਤਵਰ ਹੋ ਜਾਏਗੀ ਔਰ ਉਹਦੇ ਨਾਲ ਭਾਰੀ ਟੈਕਸ ਲੱਗਣ ਦੀਆਂ ਸੰਭਾਵਨਾਵਾਂ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੀਆਂ ਨੇ। ਵੈਸੇ ਤੇ ਬਰੈਂਪਟਨ ਵਾਲੇ ਲੋਕ ਤਾਂ ਪਹਿਲਾਂ ਹੀ ਟੈਕਸਾਂ ਤੋਂ ਕਾਫੀ ਦੁਖੀ ਨੇ ਕਿ ਸਿਟੀ ਦੇ ਹੀ ਆਪਣੇ ਇੰਨੇ ਟੈਕਸ ਨੇ, ਹੈਵੀ ਟੈਕਸ ਨੇ ਕਿ ਉਹਨੂੰ ਕੰਪੇਅਰ ਕਰਦੇ ਆ ਜਦੋਂ ਦੂਜਿਆਂ ਆਪਣੇ ਸ਼ਹਿਰਾਂ ਦੇ ਨਾਲ, ਤਾਂ ਲੱਗਦਾ ਹੈ ਕਿ ਕਾਫੀ ਜ਼ਿਆਦਾ ਬਰੈਂਪਟਨ ਦੇ ਵਿੱਚ ਟੈਕਸ ਜਿਹੜੇ ਆ ਉਹ ਵਧੇ ਹੋਏ ਨੇ। ਔਰ ਦੂਜੇ ਪਾਸੇ ਇੰਸ਼ੋਰੈਂਸ ਦਾ ਮਸਲਾ ਹਰ ਵਾਰੀ ਅਸੀਂ ਡਿਸਕਸ ਕਰਦੇ ਰਹਿੰਦੇ ਹਾਂ। ਇੰਸ਼ੋਰੈਂਸ ਬਰੈਂਪਟਨ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਪਾਰਸ਼ੈਲਿਟੀ ਹੁੰਦੀ ਆ, ਇੱਕ ਕਿਸਮ ਦਾ ਜਿਹੜਾ ਵਿਤਕਰਾ ਹੁੰਦਾ ਹੈ ਕਿ ਬਰੈਂਪਟਨ ਦੇ ਵਿੱਚ ਜਿਹੜੇ ਪੋਸਟਲ ਕੋਡ ਨੇ ਉਹਨਾਂ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਤੇ ਮਨਾ ਹੀ ਕਰ ਛੱਡਿਆ ਕਿ ਬਰੈਂਪਟਨ ਦਾ ਅਸੀਂ ਕਰਨਾ ਹੀ ਨਹੀਂ ਹੈ। ਕਈ ਮੈਨੂੰ ਯਾਦ ਹੈ ਕਿ ਪਿਛਲੇ ਸਾਲ 1-2 ਸਾਲ ਦੇ ਵਿੱਚ ਕਈ ਕੰਪਨੀਆਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ। ਬਰੈਂਪਟਨ ਦਾ ਕੋਈ ਵੀ ਆਉਂਦਾ ਹੈ ਤਾਂ ਉਹ ਰੇਟ ਹੀ ਇੰਨਾ ਜ਼ਿਆਦਾ ਨਿਕਲਦਾ ਹੈ ਕਿ ਉਹ ਸੰਭਵ ਹੀ ਨਹੀਂ ਹੁੰਦਾ ਕਿ ਕੋਈ ਉਹ ਦੇ ਸਕੇ।
ਦੂਜੇ ਪਾਸੇ ਜਿੱਦਾਂ ਬ੍ਰਿਟਿਸ਼ ਕੋਲੰਬੀਆ ਵਰਗੇ ਸੂਬੇ ਨੇ, ਹੋਰ ਵੀ ਕਈ ਜਗ੍ਹਾ ਤੇ ਮੌਂਟਰੀਅਲ ਵਗੈਰਾ ਵੱਲ ਵੀ ਵੇਖੀਏ ਤਾਂ ਉੱਥੇ ਕੰਪੈਰੇਟਿਵਲੀ ਬਹੁਤ ਘੱਟ ਰੇਟ ਨੇ। ਤੇ ਜੇ ਯੂਐਸ ਨਾਲ ਕੰਪੇਅਰ ਕਰੀਏ ਤਾਂ ਫਿਰ ਤਾਂ ਇਦਾਂ ਲੱਗਦਾ ਹੈ ਕਿ ਜਿੰਨੀ ਅਸੀਂ ਸਾਲ ਦੇ ਵਿੱਚ 1 ਮਹੀਨੇ 'ਚ ਪੇਮੈਂਟ ਕਰਦੇ ਹਾਂ ਇੰਸ਼ੋਰੈਂਸ ਦੀ, ਉਹਨੇ 'ਚ 1 ਸਾਲ ਲਈ ਗੱਡੀ ਉੱਥੇ ਇੰਸ਼ੋਰ ਹੋ ਜਾਂਦੀ ਹੈ। ਸੋ ਇਹ ਇੱਕ ਬੜਾ ਵੱਡਾ ਮਸਲਾ ਹੈ ਇਸ ਇਲਾਕੇ ਦੇ ਲੋਕਾਂ ਦਾ। ਇਹ ਸਵਾਲ ਜ਼ਰੂਰ ਲੋਕਾਂ ਨੂੰ ਪੁੱਛਣੇ ਚਾਹੀਦੇ ਨੇ ਜਦੋਂ ਕੈਂਡੀਡੇਟ ਸਾਡੇ ਘਰਾਂ ਤੱਕ ਆਉਣਗੇ ਕਿ ਤੁਸੀਂ ਇਹਦੇ ਵਾਸਤੇ ਕਿੰਨੇ ਕੁ ਗੰਭੀਰ ਹੋ ਔਰ ਕੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਜਦੋਂ ਤੁਹਾਡੀ ਸਰਕਾਰ ਰਹੀ ਹੈ ਇਹਦੇ ਲਈ ਯਤਨ ਕੀਤੇ ਨੇ। ਹਾਲਾਂਕਿ ਪ੍ਰੋਵਿੰਸ ਦਾ ਮਾਮਲਾ ਹੈ ਤੇ ਪ੍ਰੋਵਿੰਸ ਦੇ ਵਿੱਚ ਜਿਹੜੇ ਨੇ ਉਹ ਹੈ ਨੇ ਫੋਰਡ ਸਾਹਿਬ, ਤੇ ਫੋਰਡ ਸਾਹਿਬ ਵੀ ਜਿਵੇਂ ਤੁਸੀਂ ਜਾਣਦੇ ਹੋ ਕਿ ਉਹ ਆਪਣੀ ਤਰ੍ਹਾਂ ਦੇ ਹੀ ਵਿਅਕਤੀ ਨੇ ਕਿ ਉਹ ਵੀ ਥੋੜ੍ਹੀ ਕਿਤਿਆਂ ਆਪਣੀ ਲਾਈਨ ਤੋਂ ਲਾਂਭੇ ਨਹੀਂ ਹੁੰਦੇ। ਤੁਹਾਨੂੰ ਯਾਦ ਹੋਣਾ ਸ਼ੁਰੂ 'ਚ ਜਦੋਂ ਬਰੈਂਪਟਨ ਵਾਲਿਆਂ ਦੀ ਡਿਮਾਂਡ ਸੀਗੀ ਕਿ ਸਾਨੂੰ ਇੱਕ ਹੋਰ ਹਸਪੀਟਲ ਚਾਹੀਦਾ, ਜਿਹੜਾ ਕਿ ਬਾਅਦ 'ਚ ਬਹੁਤ ਪ੍ਰੈਸ਼ਰ ਪੈਣ ਤੋਂ ਬਾਅਦ ਅਨਾਉਂਸ ਕੀਤਾ ਵੀ ਗਿਆ, ਯੂਨੀਵਰਸਿਟੀ ਦਾ ਮਸਲਾ ਆਇਆ ਤੇ ਉਦੋਂ ਇਹਨਾਂ ਨੇ ਜਿਹੜੇ ਲੋਕਲ MLA ਸੀ ਆਪਣੇ MPP, ਉਹਨਾਂ ਨੂੰ ਉਸ ਦਿਨ ਫੈਸਲੇ ਦੇ ਵਿੱਚ ਸ਼ਾਮਲ ਹੀ ਨਹੀਂ ਕੀਤਾ, ਯਾਨੀ ਕਿ ਉਹਨਾਂ ਨੂੰ ਉਸ ਦਿਨ ਬਾਹਰ ਰਹਿਣ ਲਈ ਕਹਿ ਦਿੱਤਾ ਗਿਆ। ਸੋ ਕਿਉਂਕਿ ਉਹ ਲੋਕਾਂ ਦੇ ਜਿਹੜੇ ਸਖਤ ਸਵਾਲ ਆ ਉਹਦਾ ਸਾਹਮਣਾ ਨਾ ਕਰ ਸਕਣ। ਮੈਨੂੰ ਯਾਦ ਹੈ ਕਿ ਉਸ ਦਿਨ ਸਿਰਫ ਮਿਲਟਨ ਤੋਂ ਜਿਹੜੇ ਸਾਡੇ ਗਿੱਲ ਸਾਹਿਬ ਨੇ MPP, ਜਿਹੜੇ ਕਦੀ ਸਾਡੇ ਇੱਥੇ MP ਹੋਇਆ ਕਰਦੇ ਸੀਗੇ, ਉਹ ਹੀ ਉਹਦੇ ਵਿੱਚ ਪਰਮ ਗਿੱਲ ਹੀ ਉਹ ਹੀ ਉਸ ਫੈਸਲੇ 'ਚ ਸ਼ਾਮਲ ਸੀਗੇ, ਕਿਉਂਕਿ ਉਹ ਅੱਜ ਕੱਲ੍ਹ ਬਰੈਂਪਟਨ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਤੇ ਇਸ ਕਰਕੇ ਉਹਨਾਂ 'ਤੇ ਸਵਾਲ ਉਠਾਉਣੇ ਇੰਨੇ ਆਸਾਨ ਨਹੀਂ ਸੀਗੇ। ਸੋ ਇਹ ਤਾਂ ਹੈ ਸਾਡੇ ਇੱਥੇ ਦਾ ਮਾਮਲਾ। ਦੂਜੇ ਪਾਸੇ ਇੱਕ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਜਿਹੜੇ ਡਗ ਫੋਰਡ ਹੀਰੀ ਨੇ ਉਹ ਕਾਫੀ ਸਟਰੋਂਗ ਲੀਡਰ ਨੇ, ਪਾਪੂਲਰ ਵੀ ਨੇ, ਤਾਂ ਹੀ ਉਹਨਾਂ ਨੇ ਸਰਕਾਰ ਬਣਾਈ ਜਿਹੜੀ ਆ ਲਿਬਰਲ ਨੂੰ ਹਰਾ ਕੇ। ਸੋ ਡਗ ਫੋਰਡ ਹੀਰਾਂ ਦਾ ਕੰਮ ਕਰਨ ਦਾ ਢੰਗ ਆਪਣੀ ਤਰ੍ਹਾਂ ਦਾ, ਤੇ ਉਹ ਜੇ ਆਪਣਾ ਪ੍ਰਭਾਵ ਵਰਤਣਗੇ ਜਿਹੜੀ ਫੈਡਰਲ ਇਲੈਕਸ਼ਨ ਹੈ ਤੇ ਉਹਦਾ ਰਿਜ਼ਲਟ ਕੀ ਹੋਏਗਾ। ਪਰ ਕਿਹਾ ਜਾ ਰਿਹਾ ਹੈ ਕਿ ਟਰੂਡੋ ਹੋਰਾਂ ਦੇ ਜਿਹੜੇ ਕੰਪੇਨ ਕਰਨ ਵਾਲੇ ਆ, ਉਹਨਾਂ ਦੀ ਟੀਮ ਹੈ, ਜਿਹੜੇ ਉਹਨਾਂ ਦੇ ਸਲਾਹਕਾਰ ਨੇ, ਉਹਨਾਂ ਨੇ ਇਸ ਤਰ੍ਹਾਂ ਦੀ ਪਾਲਿਸੀ ਘੜੀ ਹੈ ਕਿ ਜਿਹੜੇ ਡਗ ਫੋਰਡ ਨੇ ਉਹਨਾਂ ਦੇ ਨਾਲ ਸਿੱਧੇ ਤੌਰ ਤੇ ਕੋਈ ਟਕਰਾਓ ਨਾ ਹੋਵੇ। ਸਗੋਂ ਉਹਨਾਂ ਕਿਹਾ ਕਿ ਸਾਡਾ ਮੁਕਾਬਲਾ ਜਿਹੜਾ ਆ ਉਹ ਕੋਈ ਡਗ ਫੋਰਡ ਨਾਲ ਨਹੀਂ ਹੈ, ਡਗ ਫੋਰਡ ਰੀ ਆਪਣੀ ਥਾਂ ਠੀਕ ਕੰਮ ਕਰ ਰਹੇ ਨੇ ਤੇ ਉਹਨਾਂ ਦਾ ਸਾਡਾ ਨਾਲ ਕੋਈ ਇਸ ਗੱਲ ਦਾ ਟਕਰਾਅ ਨਹੀਂ ਹੋਣਾ ਚਾਹੀਦਾ, ਇਲੈਕਸ਼ਨ ਦੌਰਾਨ ਵੀ ਨਹੀਂ ਹੋਣਾ ਚਾਹੀਦਾ। ਸੋ ਡਗ ਫੋਰਡ ਰੀ ਕਿੰਨਾ ਕੁ ਅਰਨੋਟੋਲ ਹੋਰਾਂ ਨੂੰ ਸਪੋਰਟ ਕਰਦੇ ਨੇ ਇਹ ਪਤਾ ਅੱਗੇ ਚੱਲ ਕੇ ਲੱਗੇਗਾ। ਪਰ ਕਿਹਾ ਇਹ ਜਾ ਰਿਹਾ ਹੈ ਕਿ ਜਿਹੜੀ GTA ਦੇ ਵਿੱਚ, GTA ਕਿਉਂਕਿ ਬਹੁਤ ਪ੍ਰਭਾਵਸ਼ਾਲੀ ਏਰੀਆ ਹੈ, ਅੰਟਾਰੀਓ ਦੀਆਂ ਸਭ ਤੋਂ ਜ਼ਿਆਦਾ ਸੀਟਾਂ GTA 'ਚੋਂ ਨਿਕਲ ਕੇ ਜਾਂਦੀਆਂ ਨੇ ਔਰ GTA ਦੇ ਵਿੱਚ ਜਿਹੜਾ ਆ ਉਹ ਡਗ ਫੋਰਡ ਦਾ ਪ੍ਰਭਾਵ ਵੀ ਆ, ਉਹਨਾਂ ਦੀ ਸਰਕਾਰ ਵੀ ਆ, ਤੇ ਇੱਥੇ ਜਿਹੜਾ ਇਲੈਕਸ਼ਨ ਦਾ ਹੈ ਮੁਕਾਬਲਾ ਉਹ ਕਾਫੀ ਦਿਲਚਸਪ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਇਹ ਖਾਸ ਕਰਕੇ ਜਿਹੜਾ ਖੇਤਰ ਹੈ ਇੱਥੇ ਜਗਮੀਤ ਹੋਰਾਂ ਦਾ ਵੀ ਆਪਣਾ ਕਾਡਰ ਹੈ। ਕੁਝ ਲੋਕ ਪੱਕੇ NDP ਨਾਲ ਜਿਹੜੇ ਨੇ ਉਹ ਜੁੜੇ ਹੋਏ ਤੇ ਹੁੰਦੇ ਹੀ ਨੇ, ਉਹਨਾਂ ਦੇ ਵੋਟਰ। ਜੈਕ ਲੇਟਨ ਵਾਲੀ ਗੱਲ ਤੇ ਨਹੀਂ, ਪਰ ਜਗਮੀਤ ਹੋਰਾਂ ਦੇ ਨਾਲ ਵੀ ਕੁਝ ਇੱਕ ਲੋਕ ਐਸੇ ਨੇ ਜਿਹੜੇ ਪੱਕੇ ਤੌਰ ਤੇ ਜੁੜੇ ਨੇ, ਬਹੁਤ ਸਾਰੇ ਨੌਜਵਾਨ ਜਿਹੜੇ ਉਹਨਾਂ ਨਾਲ ਜੁੜੇ ਨੇ, ਪਰ ਉਹ ਵੀ ਕਾਫੀ ਜ਼ਿਆਦਾ ਜਿਹੜੀ ਆ ਉਹ ਟੱਕਰ ਦੇਣ ਦੀ ਕਿਸੇ ਵੇਲੇ ਸੂਰਤ ਜਿਹੜੀ ਆ ਉਹ ਬਣ ਸਕਦੀ ਹੈ, ਜਿਹੜੀ ਅਜੇ ਅਸਪਸ਼ਟ ਹੈ, ਅਜੇ ਸਾਡੇ ਸਾਹਮਣੇ ਉਹ ਨਹੀਂ ਆਈ। ਸੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ 15-20 ਦਿਨਾਂ ਦੇ ਵਿੱਚ ਹਵਾ ਦਾ ਕੀ ਰੁਖ ਬਣਦਾ ਹੈ ਤੇ ਅਗਲੀ ਸਰਕਾਰ ਕਿਹੜੀ ਬਣਦੀ ਹੈ। ਸਰਕਾਰ ਜਿਹੜੀ ਵੀ ਬਣੇ, ਚਾਹੇ ਉਹ ਸਰਕਾਰ ਬਣੇ ਟਰੂਡੋ ਹੋਰਾਂ ਦੀ, ਚਾਹੇ ਬਣੇ ਕੰਜ਼ਰਵੇਟਿਵ ਦੀ, ਪਰ ਉਹਦਾ ਜਿਹੜਾ ਆਉਣ ਵਾਲਾ ਸਮਾਂ ਕੈਨੇਡੀਅਨ ਨੂੰ ਜਿਹੜੇ ਬਜਟ ਆਉਣੇ ਨੇ ਅਗਲੇ, ਉਹਦੇ ਵਿੱਚ ਕਾਫੀ ਜਿਹੜਾ ਲੋਕਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਕਾਫੀ ਭਾਰੀ ਟੈਕਸ ਜਿਹੜੇ ਉਹ ਪੇ ਕਰਨੇ ਪੈਣੇ। ਜਿਹੜੇ ਸਰਕਾਰ ਨੇ ਪੈਸੇ ਖਰਚੇ ਆ ਔਰ ਬਿਲੀਅਨ ਡਾਲਰ ਜਿਹੜੇ ਨੇ ਉਹ ਉਹਦੇ ਥੱਲੇ ਆਈ ਹੈ ਇਹ ਗਵਰਨਮੈਂਟ, ਉਹਦੇ ਚੋਂ ਨਿਕਲਣ ਲਈ, ਬਜਟ ਬੈਲੈਂਸ ਕਰਨ ਲਈ, ਆਪਣਾ ਡੈਫੀਸਿਟ ਘਟਾਉਣ ਦੇ ਲਈ ਇਹਨਾਂ ਨੂੰ ਕੋਈ ਨਾ ਕੋਈ ਜਿਹੜੇ ਆ ਵੱਡੇ ਉਪਰਾਲੇ ਕਰਨੇ ਪੈਣੇ ਨੇ। ਤੇ ਪਹਿਲਾ ਉਪਰਾਲਾ ਇਹੋ ਹੀ ਹੁੰਦਾ ਕਿ ਜਿਹੜੇ ਲੋਕ ਨੇ ਉਹਨਾਂ ਤੇ ਟੈਕਸਾਂ ਦਾ ਭਾਰ ਹੋਰ ਪਾ ਦਿੱਤਾ ਜਾਵੇ। ਇਸ ਗੱਲ ਦਾ ਖਦਸ਼ਾ ਜਿਹੜਾ ਉਹ ਬਣਿਆ ਤੇ ਹਮੇਸ਼ਾ ਹੀ ਉਹ ਬਣਿਆ ਰਹਿੰਦਾ। ਸੋ ਦੇਖਦੇ ਹਾਂ ਇਲੈਕਸ਼ਨ ਇਸ ਵਾਰ ਦੀ ਕਾਫੀ ਦਿਲਚਸਪ ਹੋਏਗੀ ਤੇ ਆਉਣ ਵਾਲੇ ਦਿਨਾਂ 'ਚ ਕਿੱਥੇ ਕਿਹੜਾ ਕੈਂਡੀਡੇਟ ਕਿੰਨਾ ਪ੍ਰਭਾਵਸ਼ਾਲੀ ਆ ਉਹ ਆਪਾਂ ਦੇਖਾਂਗੇ। ਇਸ ਵੇਲੇ ਜਿਹੜੀ ਦੂਜੀ ਵੱਡੀ ਖਬਰ, ਇੰਟਰਨੈਸ਼ਨਲ ਖਬਰ ਜਿਹੜੀ ਆ ਉਹ ਸਾਡੇ ਸਾਹਮਣੇ ਆ, ਉਹ ਹੈ ਅਫਗਾਨਿਸਤਾਨ ਨੂੰ ਲੈ ਕੇ। ਅਫਗਾਨਿਸਤਾਨ ਨੂੰ ਲੈ ਕੇ ਜਿੱਥੇ ਦੁਨੀਆ ਦੇ ਬਹੁਤ ਸਾਰੇ ਜਿਹੜੇ ਖਾਸ ਕਰਕੇ ਲੈਫਟ ਵਿੰਗ ਵਾਲੇ ਸਪੋਰਟਰ ਨੇ ਉਹ ਅਮਰੀਕਾ ਨੂੰ ਕੋਸ ਰਹੇ ਨੇ ਲਗਾਤਾਰ ਕਿ ਜਿਹੜਾ ਅਮਰੀਕਾ ਨੇ ਕੰਮ ਕੀਤਾ ਹੈ ਉਹ ਬਹੁਤ ਹੀ ਜਿਹੜਾ ਹੈ ਉਹ ਗੈਰ ਜ਼ਿੰਮੇਵਾਰੀ ਵਾਲਾ ਕੰਮ ਸੀਗਾ। ਜਿਨ੍ਹਾਂ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਉਹਨਾਂ ਦਾ ਸਾਥ ਦੇ ਰਹੇ ਸੀ ਉਹਨਾਂ ਨੂੰ ਛੱਡਿਆ। ਜੇ ਵੇਖਿਆ ਜਾਵੇ ਤਾਂ ਪਹਿਲਾਂ ਪਾਕਿਸਤਾਨ ਨੂੰ ਛੱਡਿਆ, ਪਾਕਿਸਤਾਨ ਨੂੰ ਖੂਬ ਵਰਤਿਆ। ਜਿਹੜਾ 9/11 ਤੋਂ ਬਾਅਦ
पूरा यू टर्न लिया सीगा जनरल मुशर्रफ ने और पाकिस्तान जिहड़ा सीगा वो अमेरिका दे नाल खड़ा हो गया सीगा और लगातार पाकिस्तान दे विचों सारी सप्लाई जिहड़ी आ अफगानिस्तान जाती रही। लंबियां लंबियां कतारां असीं जिहड़ियां वड्डे वड्डे ट्रक ने उन्हां दियां देखते रहे, फौजी साजो समान जाता रहा, एयर बेस जिहड़े आ वो यूज़ किए जाते रहे तो जिन्ने ड्रोन हमले होंदे रहे अफगानिस्तान ते वो कहा जाता सी कि पाकिस्तान की धरती तो होंदे ने। हालांकि पाकिस्तान ने खुद भी दहशतगर्दी का बड़ा मज़ा चखिया, पैदावार रल मिल के कीती सी तालिबान दी ते मुजाहिदीन दी, पाकिस्तान ने ते अमेरिका ने। आपां सब नूं पता है कि रशिया नूं खदेड़न लई किस तरह मुजाहिदीन जिहड़े वो बनाए गए। उस तो बाद जिहड़े लदेन वाला चक्कर पिया सीगा 9/11 वाला, उत्थे फिर इन्हां वास्ते एक वड्डा सवाल खड़ा हो गया सीगा कि उन्होंने पनाह जिहड़ी है वो कहा जा रहा सी अफगानिस्तान च मिली है पर वो निकलिया पाकिस्तान चों। आपां नूं सब नूं पता है कि फिर की घटनाक्रम होया। सो हालात बदल गए पर जो बाइडन जिहड़े हुण राष्ट्रपति आए ने, क्योंकि ट्रंप साहब नूं लोग जिहड़े आ वो बड़ा अजीब तरह का उन्हां दा जिहड़ा बिहेवियर सी वो देखते हुंदे सीगे कि वो बड़े अनप्रडिक्टेबल ने, वो कुछ भी कर सकते हैं, किसी तरह का भी बयान दे सकते हैं, किसी तरह का भी वो जिहड़ा कोई एक्शन जिहड़ा वो लै सकते हैं, जिहड़ा कई बार मीनिंग नहीं होंदे, वो मीनिंगलैस होंदे आ। कई बार लगता इदां है कि बहुत सारे लोग उन्हां नाल इस करके जुड़े सीगे कि अमेरिका फस्ट वाली पॉलिसी जिहड़ी सी उन्हां दी कि अमेरिका दे विच जिहड़े लोग ने उन्हां नूं जॉब मिलण, अमेरिका दे लोकां लई मैं काम करांगा, मैनूं कोई लोड़ नहीं आ कि बाहरले मुल्कां दे विच जिहड़ी फौज भेज के असीं उत्थे खामखा खर्चा करदे रहीए। पर जिवें आपां जानते हैं कि सुपर पावर का स्टेटस जे बहाल रखना है तो अमेरिका की ये मजबूरी भी है। वैसे कहा यह जाता है कि अमेरिका एक ऐसा कंट्री है जिहदा दुश्मनों तो बगैर नहीं सरदा, तो जिहड़े उहदे दोस्त हुंदे ने वो अखीर दे विच किते ना किते खता खा जाते हैं और क्या इत्थों तक जाता है कि वो दोस्ती के चक्कर च ही तबाह हो जाते हैं। तो दुश्मन तो खैर दुश्मन होंदे ही ने, तो दुश्मन नाल लंबी दुश्मनी निभाउण वाला जिहड़ा काम है वो भी अमेरिका को नेपरे नहीं चढ़दा। वियतनाम तो बाद अफगानिस्तान वाला जो घटनाक्रम देखिए तो 9/11 तो बाद 10 साल तक किन्ना खर्चा करन तो बाद, किन्ने उत्थे अपने फौजियां नूं जानां गवाउण तो बाद किन्ने फौजी जिहड़े आ वो अपाहज होए, किन्ने फौजी जिहड़े वो डिप्रैशन च गए। अपने कनेडियन फौजां भी रही ने उत्थे थोड़ा समा, ठीक है ना, फैसला लै लिया सी, पहलां अपने ट्रूप्स वापस लै लए सीगे, हुण भी उत्थे यूरोपीयन ते नाटो के जिहड़े उन्हां दे सहयोगी ने उन्हां दा काफ़ी सहयोग सीगा। ते होया इदां यकदम कि हुण कई तरह दीयां उत्थे जिहड़ियां वो क्यासराइयां लग रही ने। कुछ लोग ये सोचते ने कि जिहड़ा दोहा दे विच 2020 दे विच एग्रीमेंट हो गया सीगा, उदों अजे जो बाइडन ही नहीं सी आए, तो एक एग्रीमेंट हो गया सीगा अमेरिकन एडमिनिस्ट्रेशन दे नाल कि सानू सेफ लांघा दे दिओ ते असीं तुहानूं पावर च रोकदे नहीं। तो ये कह देना हुण भी जो बाइडन होरां दा कि उत्थों दे मुल्क दे जिहड़े लीडर आ उन्हां दी गलती आ, साडी इहदे विच कोई गलती नहीं। ये कोई तर्क जिहड़ा कोई बिल्कुल जिहड़ा वो तर्क भी हुणी गल लगदी है, कोई तर्क नहीं लगदा इहदे विच। सो जो बाइडन होरां तो लोकां नूं बहुत उम्मीदां सीगीआं पर उन्हां दा ये फैसला जिहड़ा है काफ़ी हद तक जिहड़ा उहदा क्रिटिसिज्म दुनिया भर च हो रहा। हालांकि UN ने भी अपीलां कीतियां ने तालिबान नूं कि वो संजम वरतन ते अपनी सरकार जिहड़ी है उहनूं ठीक तरीके नाल चलाउण, नियमां दे मुताबिक चलाउण। पर दूजे पासे आपां सारे जाणदे हां कि तालिबान दी जिहड़ी आ पैदाइश तो लैके हुण तक उन्हां दा जिहड़ा वास्ता आ वो हथियारां नाल ही रहा, उस तो बाद ड्रग दे नाल रहा और जिहड़ियां एक्टिविटीज़ पिछले हुण बहुत सारे लोगों का भी मनना है कि जिहड़े तालिबान ने वो पहलां वाले तालिबान नहीं है। जिहड़े 20 साल पहलां तालिबान हुंदे सीगे जदों उन्हां ने बुद्ध दीयां मूर्तियां डाईयां सी, औरतां नूं घरां 'च बंद कीता सी। पर क्योंकि मेरा मनना यह है कि जिहड़ी सोच हुंदी है, बेसिक सोच हुंदी आ, उहदे तो जिहड़ा भावें जिन्ना मर्जी मॉडर्नाइजेशन हो जाए उस तो लांभे जिहड़ा वो नहीं जाया जा सकता। हुण तालिबान की पहली प्रैस कॉन्फ्रेंस हुई है जी, जिहदी रिलीज़ आ रही है। उन्होंने सब तो पहला जिहड़ा वो डाका मारिया औरतों के जिहड़े अधिकार ने उन्हां दे उत्ते। तालिबान ने पहली कॉन्फ्रेंस च कह दिता है कि शरीया के अनुसार जिहड़े आ वो औरतों के अधिकार होणगे, यानी कि उन्हां नूं बुरका पहनना ही पएगा, उन्हां नूं कल्लियां नूं बाजार च नहीं जा सकणगियां और होर जिहड़ियां एक्टिविटी ने नौकरियां वगैरह वो नहीं कर सकणगियां। हालांकि पहलां ये बयान आ रहा सीगा कि
ਜਿਹੜੀਆਂ ਸਕੂਲ ਟੀਚਰ ਨੇ ਜਾਂ ਬੈਂਕ ਵਿੱਚ ਮੁਲਾਜ਼ਮ ਨੇ ਜਾਂ ਕੋਈ ਹੋਰ ਔਰਤਾਂ ਕੰਮ ਕਰਦੀਆਂ ਸੀਗੀਆਂ, ਉਹਨਾਂ ਨੇ ਅਲਾਓ ਕੀਤਾ ਕਿ ਤੁਸੀਂ ਆਪਣਾ ਕੰਮਕਾਰ ਜਾਰੀ ਰੱਖ ਸਕਦੀਆਂ ਹੋ, ਪਰ ਅਸੀਂ ਤੁਹਾਨੂੰ ਕੋਈ ਉਸ ਤਰ੍ਹਾਂ ਦੀ ਰੁਕਾਵਟ ਨਹੀਂ ਪਾਵਾਂਗੇ। ਪਰ ਹੁਣ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਸ਼ਰੀਆ ਲਾ ਜਿਹੜਾ ਹੈ, ਜਿਸ ਤਰ੍ਹਾਂ ਦਾ ਸ਼ਰੀਆ ਲਾ ਤਾਲਿਬਾਨ ਲਾਗੂ ਕਰਦੇ ਨੇ ਆਪਾਂ ਸਭ ਨੂੰ ਪਤਾ ਹੈ, ਤੇ ਉਹਦੇ ਮੁਤਾਬਕ ਹੀ ਇਹ ਕੰਮ ਕਰਨਗੇ। ਕੁਝ ਖਬਰਾਂ ਜਿਹੜੀਆਂ ਅਧਿਕਾਰਤ ਤੌਰ ਤੇ ਨਹੀਂ, ਪਰ ਇਹ ਜ਼ਰੂਰ ਆ ਰਹੀਆਂ ਨੇ ਕਿ ਉੱਥੇ ਕੁਝ ਔਰਤਾਂ ਨੂੰ ਗੋਲੀ ਵੀ ਮਾਰੀ ਗਈ ਹੈ ਜਿਹੜੀਆਂ ਨੰਗਾ ਮੂੰਹ ਕਰਕੇ ਬਾਜ਼ਾਰ 'ਚ ਨਿਕਲਣ ਦੀ ਕੋਸ਼ਿਸ਼ ਕਰ ਰਹੀਆਂ ਸੀ। ਔਰ ਦੂਜਾ ਪੱਖ ਇਹ ਵੀ ਹੈ ਕਿ ਤਾਲਿਬਾਨ ਦੀ ਲੀਡਰਸ਼ਿਪ ਚਾਹੇ ਕੁਝ ਕਵੇ, ਆਪਾਂ ਬੜਾ ਇਹ ਮੰਨਦੇ ਆ ਕਿ ਉਹਨਾਂ ਨੇ ਬੜਾ ਅਨੁਸ਼ਾਸਨ ਰੱਖਿਆ, ਬੜੇ ਡਿਸਪਲਿਨ ਨਾਲ ਉਹ ਲੜੇ ਆ, ਜਾਂ ਜੋ ਵੀ ਉਹਨਾਂ ਕੰਮ ਕੀਤਾ ਡਿਸਪਲਿਨ ਦੇ ਵਿੱਚ ਰਹਿ ਕੇ ਕੀਤਾ। ਪਰ ਕਿਉਂਕਿ ਆਪਾਂ ਨੂੰ ਇਹ ਵੀ ਪਤਾ ਹੈ ਕਿ ਤਾਲਿਬਾਨ ਨਾ ਹੀ ਸਿਰਫ ਤਾਲਿਬਾਨ ਆ, ਉਹ ਬਹੁਤ ਸਾਰੇ ਤਾਲਿਬਾਨ ਜਿਹੜੇ ਆ ਉਹ ਅਨਪੜ੍ਹ ਵਿਅਕਤੀ ਨੇ ਔਰ ਉਹਨਾਂ ਨੂੰ ਸਵਾਏ ਹਥਿਆਰ ਚਲਾਉਣ ਦੇ ਹੋਰ ਕੋਈ ਟ੍ਰੇਨਿੰਗ ਨਹੀਂ ਹੈ। ਸੋ ਤਾਲਿਬਾਨ ਦੇ ਕੋਲੋਂ ਜਿਹੜੇ ਥੱਲੜਾ ਕੱਢ ਰਿਹਾ, ਉਹਨਾਂ ਦੇ ਸਿਪਾਹੀ ਨੇ ਜਿਹੜੇ ਥੱਲੇ ਲੜਾਕੂ ਨੇ, ਉਹਨਾਂ ਕੋਲੋਂ ਇਹ ਉਮੀਦ ਰੱਖਣੀ ਕਿ ਉਹ ਉਸ ਤਰ੍ਹਾਂ ਦਾ ਹੀ ਲਾਗੂ ਕਰ ਦੇਣਗੇ ਜਿਵੇਂ ਉਹਨਾਂ ਦੀ ਲੀਡਰਸ਼ਿਪ ਕਹਿ ਰਹੀ ਆ। ਉਹ ਰੂਰਲ ਏਰੀਆ ਦੇ ਵਿੱਚ ਜਾਂ ਘਰਾਂ 'ਚ ਘੁਸ ਕੇ, ਜਾਂ ਹੁਣ ਵੀ ਖਬਰਾਂ ਆ ਰਹੀਆਂ ਨੇ, ਇਹ ਇੱਕ ਖਬਰ ਅਜੇ ਵੀ ਮੈਂ ਦੇਖ ਰਿਹਾ ਸੀ ਕਿਤੇ ਕਿ ਤਾਲਿਬਾਨ ਦੇ ਕੋਈ 20-25 ਲੜਾਕੇ ਇੱਕ ਪਿੰਡ ਦੇ ਵਿੱਚੋਂ ਦੀ ਲੰਘ ਰਹੇ ਸੀਗੇ ਤੇ ਉਹਨਾਂ ਨੇ ਇੱਕ ਘਰ ਨੂੰ ਦਰਵਾਜ਼ਾ ਖੜਕਾਇਆ ਬਾਰ-ਬਾਰ ਕਿ ਉਹ, ਜਿਸ ਤਰ੍ਹਾਂ ਆਪਾਂ ਨੂੰ ਪੰਜਾਬ ਵਾਲਿਆਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਟੈਰਰਿਸਟ ਐਕਟੀਵਿਟੀ ਹੁੰਦੀ ਸੀ ਪੰਜਾਬ ਦੇ ਵਿੱਚ ਕਿ ਜ਼ਬਰਦਸਤੀ ਆ ਕੇ ਖਾਣਾ ਖਾਂਦੇ ਸੀਗੇ ਤੇ ਮਗਰੋਂ ਪੁਲਿਸ ਆ ਕੇ ਗੋਲੀਆਂ ਨਾਲ ਪਰਿਵਾਰ ਨੂੰ ਡਾ ਦਿੰਦੀ ਸੀ, ਇਸ ਤਰ੍ਹਾਂ ਦਾ ਹਾਲਾਤ ਉੱਥੇ ਨੇ ਕਿ ਤਾਲਿਬਾਨ ਜਬਰੀ ਜਾਂਦੇ ਨੇ ਕਿ ਕਹਿੰਦੇ 25 ਬੰਦਿਆਂ ਦਾ ਖਾਣਾ ਬਣਾ ਦਿਓ। ਪਰ ਅੱਤ ਦੀ ਗਰੀਬੀ ਹੈ ਉੱਥੇ। ਉਹ ਇੱਕ ਔਰਤ ਹੈ, ਉਹ ਡਰਦੀ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਕਿ ਮੈਂ ਖਾਣਾ ਇਹਨਾਂ ਨੂੰ ਕਿੱਦਾਂ ਖਵਾ ਸਕਦੀ ਹਾਂ। ਉਹ ਬਾਰ-ਬਾਰ ਦਰਵਾਜ਼ਾ ਖੜਕਾਉਂਦੇ ਰਹੇ ਪਰ ਉਹਨੇ ਨਹੀਂ ਖੋਲ੍ਹਿਆ। ਉਹ ਦਰਵਾਜ਼ਾ ਤੋੜ ਕੇ ਅੰਦਰ ਗਏ, ਉਹਦੀ ਇੰਨੀ ਕੁੱਟਮਾਰ ਕੀਤੀ ਕਿ ਉਹ ਵਿਚਾਰੀ ਔਰਤ ਜਿਹੜੀ ਆ ਉਹਦੀ ਮੌਤ ਹੋ ਗਈ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਥੱਲੜਾ ਲੈਵਲ ਹੈ ਉਹਨਾਂ ਦਾ, ਸਿਪਾਹੀ ਦੇ ਲੈਵਲ ਤੇ ਲੜਾਕੂ ਜਿਹੜੇ ਨੇ ਉਹਨਾਂ ਤੱਕ ਉਹ ਸੋਝੀ ਜਾਂ ਉਹ ਜਿਹੜੀ ਸੈਂਸਿਟਿਵਿਟੀ ਆ ਉਹ ਕਿਤੇ ਨਜ਼ਰ ਸ਼ਾਇਦ ਨਹੀਂ ਆਉਂਦੀ। ਸੋ ਤਾਲਿਬਾਨ ਦਾ ਜਿਹੜਾ ਰਜੀਮ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ, ਉਹਦੇ ਤੇ ਕਾਫੀ ਗੱਲਾਂ ਹੋਣੀਆਂ ਨੇ। ਦੁਨੀਆ ਦੇਖੇਗੀ ਕਿ ਕਿਸ ਤਰ੍ਹਾਂ ਦਾ ਇਸਲਾਮਿਕ ਲਾ ਉੱਥੇ ਜਿਹੜਾ ਉਹ ਚੱਲਦਾ। ਔਰ ਦੂਜੇ ਪਾਸੇ ਆਪਾਂ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਇਸ ਵਾਰ ਬਦਲੇ ਹਾਲਾਤਾਂ ਦੇ ਵਿੱਚ ਜਿਵੇਂ ਚਾਈਨਾ ਵਰਗੇ ਮੁਲਕ ਨੇ ਵੀ ਇਹ ਕਹਿ ਦਿੱਤਾ ਹੈ ਕਿ ਤਾਲਿਬਾਨ ਦੀ ਹਕੂਮਤ ਜੇ ਉੱਥੇ ਬਣ ਰਹੀ ਆ ਤੇ ਅਸੀਂ ਸੋਚਾਂਗੇ ਕਿ ਉੱਥੇ ਉਹਨਾਂ ਨੂੰ ਮਾਨਤਾ ਦਿੱਤੀ ਜਾਵੇ ਜਾਂ ਨਾ, ਯਾਨੀ ਕਿ ਇੱਕ ਸੌਫਟ ਕਾਰਨਰ ਹੈ। ਪਾਕਿਸਤਾਨ ਨੇ, ਕੁਝ ਹੋਰ ਮੁਲਕਾਂ ਨੇ, ਰਸ਼ੀਆ ਨੇ ਵੀ ਇੱਥੋਂ ਤੱਕ ਕਿ ਉੱਥੋਂ ਆਪਣੇ ਜਿਹੜੇ ਦੂਤ ਘਰ ਨੇ ਉਹਨਾਂ ਨੂੰ ਬੰਦ ਨਹੀਂ ਕੀਤਾ। ਔਰ ਇਸ ਕਰਕੇ ਬਦਲੇ ਹੋਏ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਚਾਈਨਾ, ਪਾਕਿਸਤਾਨ ਤੇ ਰਸ਼ੀਆ ਦਾ ਉੱਥੇ ਦਖਲ ਜਿਹੜਾ ਉਹ ਨਜ਼ਰ ਫੇਰ ਆ ਰਿਹਾ। ਰਸ਼ੀਆ ਤਾਂ ਕਿਉਂਕਿ ਰਸ਼ੀਆ ਨੂੰ ਉੱਥੋਂ ਜਿਸ ਤਰੀਕੇ ਨਾਲ ਖਦੇੜਿਆ ਗਿਆ ਸੀ ਸੋਵੀਅਤ ਸੰਘ ਨੂੰ, ਪੁਰਾਣੇ ਸੋਵੀਅਤ ਯੂਨੀਅਨ ਨੂੰ, ਤੇ ਉਹਨਾਂ ਨੇ ਤੇ ਅਮਰੀਕਾ ਦੇ ਖਿਲਾਫ ਜਿਹੜੀ ਇਹ ਕਾਰਵਾਈ 'ਚ ਹਿੱਸਾ ਲੈਣਾ ਹੀ ਲੈਣਾ ਹੈ, ਇਹ 'ਚ ਕੋਈ ਦੋ ਰਾਮਾ ਨਹੀਂ। ਪਰ ਇੱਕ ਬਲੌਕ ਜਿਹੜਾ ਬਣ ਗਿਆ, ਨਾਲ ਦੀ ਨਾਲ ਚਾਈਨਾ ਦਾ ਬਲੌਕ ਰਸ਼ੀਆ ਨਾਲ ਹੈ। ਤੇ ਆਪਾਂ ਨੂੰ ਇਹ ਵੀ ਯਾਦ ਹੋਏਗਾ ਜਦੋਂ ਤੋਂ ਭਾਰਤ ਨੇ ਅਮਰੀਕਨ ਖੇਮੇ ਵਿੱਚ ਐਂਟਰੀ ਮਾਰੀ ਆ, ਜਦੋਂ ਤੋਂ ਅਸੀਂ ਦੋਸਤੀ ਦੀਆਂ ਪੀਂਘਾਂ ਪਾਈਆਂ ਨੇ ਅਮਰੀਕਾ ਨਾਲ, ਤੇ ਪਾਕਿਸਤਾਨ ਪ੍ਰਤੀ ਰੂਸ ਦਾ ਨਜ਼ਰੀਆ ਵੀ ਕਾਫੀ ਬਦਲਿਆ। ਕਾਫੀ ਸਾਰੇ ਉਹਨਾਂ ਦੇ ਜਿਹੜੇ ਸੌਦੇ ਨੇ ਆਰਮੀ ਦੇ ਉਹ ਰਸ਼ੀਆ ਨਾਲ ਹੋਣੇ ਸ਼ੁਰੂ ਹੋ ਗਏ। ਬਿਲਕੁਲ ਉਲਟ ਹਵਾ ਹੋ ਗਈ ਜਿਵੇਂ ਗੁਟਨਰਪੇਖ ਲਹਿਰ ਦੇ ਦੌਰਾਨ ਤੇ ਉਸ ਤੋਂ ਬਾਅਦ ਵੀ, ਇੱਥੋਂ ਤੱਕ ਕਿ ਜਦੋਂ ਕੋਲਡ ਵਾਰ ਵੀ ਚੱਲਦੀ ਸੀ, ਭਾਰਤ ਕਹਿਣ ਨੂੰ ਅਸੀਂ ਗੁਟਨਰਲੇਪ ਸੀ ਪਰ ਕਿਤੇ ਨਾ ਕਿਤੇ ਅਸੀਂ ਜਿਹੜਾ ਸੋਵੀਅਤ ਸੰਘ ਹੈ ਉਹਦੇ ਖੇਮੇ 'ਚ ਵਿਚਰਦੇ ਸੀਗੇ। ਆਪਾਂ ਨੂੰ ਯਾਦ ਹੋਏਗਾ ਬੰਗਲਾਦੇਸ਼ ਦੀ ਲੜਾਈ ਵਾਲਾ, 71 ਵਾਲੀ ਲੜਾਈ ਵਾਲਾ, ਜਦੋਂ 7ਵਾਂ ਬੇੜਾ ਕਹਿ ਦਿੱਤਾ ਸੀ ਅਮਰੀਕਾ ਨੇ ਕਿ ਅਸੀਂ ਹਿੰਦ ਮਹਾਸਾਗਰ 'ਚ ਠੇਲ ਦਿੱਤਾ ਤੇ ਹੁਣ ਭਾਰਤ ਜਿਹੜਾ ਉਹ ਉੱਥੇ ਜ਼ਬਰਦਸਤੀ ਨਹੀਂ ਕਰ ਪਾਏਗਾ। ਪਰ ਉਦੋਂ ਨਾਲ ਦੀ ਨਾਲ ਰਸ਼ੀਅਨ ਪਣਡੁੱਬੀਆਂ ਨੇ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਦਿੱਤਾ, ਜਿਹਦੇ ਕਰਕੇ ਅਮਰੀਕਾ ਨੂੰ ਰੁਕਣਾ ਪਿਆ ਸੀਗਾ। ਔਰ ਰਸ਼ੀਆ ਸਿੱਧੇ ਤੌਰ ਤੇ ਸਾਡੀ ਮਦਦ ਕਰਦਾ ਰਿਹਾ। ਕਸ਼ਮੀਰ ਇਸ਼ੂ ਤੇ ਰਸ਼ੀਆ ਨੇ ਕਿੰਨੀ ਵਾਰ ਜਿਹੜਾ ਉਹ UN 'ਚ ਭਾਰਤ ਦੀ ਸਪੋਰਟ ਕੀਤੀ ਔਰ ਉੱਥੇ ਆਪਣੇ ਜਿਹੜੇ ਉਹਦੇ ਸਪੈਸ਼ਲ ਅਧਿਕਾਰ ਨੇ, ਕਿਉਂਕਿ ਜਿਹੜੇ 5 ਵੱਡੇ ਮੁਲਕ ਨੇ ਉਹਨਾਂ ਕੋਲ ਵੀਟੋ ਦਾ ਅਧਿਕਾਰ ਹੈ, ਵੀਟੋ ਕਰਕੇ ਭਾਰਤ ਨੂੰ ਪ੍ਰੋਟੈਕਟ ਕਰਦਾ ਰਿਹਾ। ਪਰ ਹੁਣ ਬਦਲੇ ਹਾਲਾਤਾਂ 'ਚ ਜਿਹੜੀ ਨਵੀਂ ਸਫਬੰਦੀ ਹੋਈ ਆ ਉਹਦੇ ਵਿੱਚ ਸਾਨੂੰ ਨਵੇਂ ਸਿਰ ਤੋਂ ਨਵੀਂ ਜਿਹੜੀ ਦੁਨੀਆ ਹੈ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਵੇਖਣਾ ਪੈਣਾ।
इस तो बाद पाकिस्तान की जे गल करिए तो पाकिस्तान च किसी हद तक कहते हैं कि खुशियां मनाइया जा रही ने, जड़ियाँ लड्डू बर्फी जी है वंडी जा रही है। लोग कह रहे हैं कि बहुत वड्डा जिहड़ा, क्योंकि लोगों पाकिस्तान वालों इस तरह का एक नरेटिव सिरजा होया पिछले कुछ समय तो कि पाकिस्तान नूं यूज़ कर लिया अमेरिका ने, पर फिर उन्होंने कल्लिया छड्ड दिता। वैसे ये अमेरिका का इतिहास है कि वो, मैं जिवें शुरुआती शब्दों च कहा सीगा कि वो जिहड़ा उहदा दोस्त है वो बर्बाद हुंदा है, तो जिहड़ा दुश्मन है उहदे नाल ते दुश्मन है ही। सो ना उन्होंने दोस्तों तो बगैर अमेरिका का सरदा है, तो ना ही दुश्मनों तो बगैर जिहड़ा वो सरदा है। सो हुण देखना यह है कि पाकिस्तान जिहड़ा आ उहदे नाल तालिबान का रिश्ता किदां दा रहिंदा है। उस खिते दे विच बार बार इहो गल कीती जा रही है कि भारत ते चाइना भी किसी हद तक विचों विच उन्हां नूं भी ये चिंता वड्डी है कि इस खिते दे जिहड़ा अमन है उहदे विच कोई ना कोई तालिबान की दखलअंदाजी हो सकती है। जिवें भारत में कश्मीर का इशू है, तो चाइना जिहड़ा बिल्कुल चाइना का कुछ बार्डर लगता कहते 76-77 किलोमीटर का अफगानिस्तान नाल, तो वो स्टेट जिहड़ी है वो मुस्लिम बहु गिणती की स्टेट है। तो उत्थे उन्होंने भी लगता, क्योंकि जदों ये जंग लग रही सीगी तो बहुत सारे तालिबान उस एरिए जाके भी पनाह लेंदे रह रहे, तो उत्थों के लोगों के उत्ते भी उन्हों का कोई ना कोई असर होएगा। जेकर इस तरह की कोई चिणग उस इलाके छिड़ती है तो चाइना वास्ते भी ये खतरे की घंटी है, भारत वास्ते भी खतरे की घंटी है। और पाकिस्तान नूं भी ये गल समझ लेनी चाहिए है कि तालिबान के आउण नाल पाकिस्तान का कुछ सौरन वाला नहीं। तालिबान जिथे अपने मुल्क नूं बर्बादी के राह लैके गए ने पिछे, तो हुण भी उन्होंने तो बहुती उम्मीद नहीं, नाल लगते मुल्कों लिए भी वो एक वड्डा खतरा जिहड़ा वो बने रहणगे। और दूजी गल जिहड़ी आ ਉਹਦੇ हिंट जिहड़े आ ਉਹਦੇ संकेत मिलने भी शुरू हो गए आ। ये भी खबर आ रही ने कि जिथे प्राइम मिनिस्टर पाकिस्तान इनू वैलकम कर रहे हैं, उत्थे नाल दी नाल जिहड़ा पाकिस्तान नाल लगवा बार्डर है उत्थे तालिबान दे जिहड़े आ लड़ाकू खड़े ने हुण उत्थे, क्योंकि अफगानी फौजां हुण हैगियां नहीं, खास करके चमन वाला एरिया जिहड़ा, और वो कहंदे आ कि टॉन्ट कर रहे हैं पाकिस्तानी फौजां नूं भी लो असीं दोबारा भी आ गए हाँ तो फिर तुहाडे तक भी आवांगे। उहदे हुण मायने कोई की कढदा ये बाद च पता लगेगा कि उन्हां नाल दोस्ती का माहौल बनदा जां पाकिस्तान दे विच घुस के भी वो किसी तरह की जिहड़ी आ गड़बड़ कर सकते हैं। आपां नूं ये भी पता कि पिछले लंबे समय तो 75 तो 80 हज़ार के करीब अफगानी जिहड़े आ वो कैंपां च रह रहे ने वो पाकिस्तान च, और पिछले 8-10-15 सालों तो लगातार उत्थे ने वो, और वो एक किस्म के उत्थों के शहरियों वांगू ही ने। पर वो लोग जिहड़े ने उन्हां दे उत्ते भी इल्जाम लगदे ने कराची दे विच जो कुछ हुंदा जां पाकिस्तान दे जिहड़ी डिस्टर्बेंस हुंदी आ उहदे विच उन्हां दा काफ़ी ज़्यादा रोल जिहड़ा वो नज़र आउंदा। तुहानूं याद होना है कि नवाज शरीफ ही भी क्या करते सीगे गुड तालिबान ते बैड तालिबान। उन्हां नूं ये लगदा सी कि जिहड़े तालिबान जिहड़े ने वो भारत जां दूजे मुल्कां नूं तंग करते हैं वो गुड तालिबान ने, पर जिहड़े पाकिस्तान दे विच कोई गड़बड़ करते हैं वो बैड तालिबान ने। सो ये नखेड़ा करना हुण बहुत औखा हो जाएगा कि गुड तालिबान कौन ने ते बैड तालिबान कौन ने। सो ये तालिबान का जिहड़ा मसला है ये एक किस्म का बड़ा गंभीर मसला। सो इहदे उत्ते दुनिया जिहड़ी आ उहनूं पूरा मंथन करन दी लोड़ है कि वो किस तरह की उत्थे हुकूमत सिरजते हैं तो किहड़े उस मुल्क ते की उहदा असर हुंदा। ईरान वालियां नूं भी चिंता की लगती है गल, क्योंकि उत्थे शिया मेजोरिटी है तो इन्हां दे विच जिहड़े ज़्यादा वो सुन्नी ने। हालांकि जिहड़े मुस्लिम धर्म दे विच जिहड़े फिरके ने इन्हां दा आपसी टकराव आपां नूं सब पता है कि उहदे विच किन्नी तरह का वखरेवा आ, किन्नी तरह दे नाल वो अपनियां जिहड़ियां धार्मिक रौह रीतां ने उन्होंने निभाउंदे ने, ते एक दूजे नाल उन्हां दा किस तरह के वखरेवे भी चलते हैं। सो अफगानिस्तान दे उत्ते सब की निगाह आने वाले दिनों टिकी रहेगी, सब की निगाह उत्थे रहेगी कि वो किस तरह का राज भाग उत्थे चलाउण दा जतन जिहड़ा वो करते हैं। बाकी कुछ खबरां लई असीं हुणे अपने जगीर सिंह कालो हुणां नाल दोबारा मिलते हैं, भारत दीयां कुछ खबरां उन्हां नाल डिस्कस करांगे, कुछ गल्लां बातां होर उन्हां नाल करांगे। सो इत्थे असीं एक ब्रेक लेना चाहुंदे हां जी, एक ब्रेक लैने इत्थे ते कालों साहब के नाल आपां बहुत जल्दी छोटी जी ब्रेक तो बाद जुड़न जा रहे हैं। तुहाडा बहुत शुक्रिया। भारत दीयां खबरां कुछ असीं करांगे कालों साहब नाल, फिर जिहड़ा दूजा पार्ट है उहदे विच सुशील दोसांझ चंडीगढ़ तो जुड़नगे ते उन्हां नाल आपां करांगे काफ़ी सारियां होर गल्लां बातां। तुहाडा बहुत बहुत धन्नवाद।